स्टूडेंट्स इस वीडियो राही आप 12 तरीक ਨੂੰ ਹੋਣ ਜਾ ਰਹੇ 7ਵੀਂ ਕਲਾਸ ਦੇ ਪੈਸਟ ਟੈਸਟ ਦੀ ਰਿਵੀਜ਼ਨ ਕਰਨ ਜਾ ਰਹੇ ਹਾਂ। ਆਓ ਸ਼ੁਰੂ ਕਰੀਏ। ਟੂ ਯੂਜ਼ ਨੰਬਰ ਪੈਡ ਡੈਸ਼ ਕੀ ਸ਼ੁੱਡ ਬੀ ਕੈਪਟ ਔਨ। ਨੰਬਰ ਪੈਡ ਦੀ ਵਰਤੋਂ ਲਈ ਡੈਸ਼ ਕੀ ਔਨ ਹੋਣੀ ਚਾਹੀਦੀ ਹੈ। ਕਿਹੜੀ ਕੀ ਔਨ ਹੋਣੀ ਚਾਹੀਦੀ ਹੈ? ਨਮ ਲੌਕ। ਇਨ ਹੋਮ ਰੋ ਡੈਸ਼ ਕੀ ਇਜ਼ ਪ੍ਰੈਸਡ ਵਿਦ ਲਿਟਲ ਫਿੰਗਰ ਆਫ ਲੈਫਟ ਹੈਂਡ। ਹੋਮ ਰੋ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਕਿਹੜੀ ਕੀ ਦਬਾਈ ਜਾਂਦੀ ਹੈ? A। In home row dash key is pressed with middle finger of right hand। ਹੋਮ ਰੋ ਵਿੱਚ ਸੱਜੇ ਹੱਥ ਦੀ ਵਿਚਲੀ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਕਿਹੜੀ ਦਬਾਈ ਜਾਂਦੀ ਹੈ? K। In second row dash key is pressed with ਰਿੰਗ ਫਿੰਗਰ ਆਫ ਲੈਫਟ ਹੈਂਡ। ਦੂਸਰੀ ਰੋ ਵਿੱਚ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। W। In third row dash key is pressed with index finger of right hand। ਤੀਸਰੀ ਰੋ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਇੰਡੈਕਸ ਫਿੰਗਰ ਨਾਲ ਅਸੀਂ ਦੋ ਕੀਜ਼ ਦਬਾਉਂਦੇ ਹਾਂ, N ਅਤੇ M। For typing, the keyboard is divided into two parts, one for the left hand and one for the right। ਟਾਈਪਿੰਗ ਕਰਨ ਲਈ ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਪਹਿਲਾ ਖੱਬਾ ਭਾਗ ਅਤੇ ਦੂਸਰਾ ਸੱਜਾ ਭਾਗ। ਬਿਲਕੁਲ ਸਹੀ ਹੈ ਜੀ। ਅਸੀਂ ਟਾਈਪਿੰਗ ਲਈ ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡਦੇ ਹਾਂ। Touch typing is a technique by which we can learn typing with all fingers without looking at keyboard। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ। ਬਿਲਕੁਲ ਸਹੀ। The dash key is pressed to leave a space between the two words। ਦੋ ਸ਼ਬਦਾਂ ਵਿੱਚ ਖਾਲੀ ਥਾਂ ਛੱਡਣ ਲਈ ਡੈਸ਼ ਕੀ ਦਬਾਈ ਜਾਂਦੀ ਹੈ। ਕਿਹੜੀ ਕੀ ਦਬਾਉਂਦੇ ਹਾਂ ਅਸੀਂ ਦੋ ਸ਼ਬਦਾਂ 'ਚ ਖਾਲੀ ਥਾਂ ਛੱਡਣ ਲਈ? ਸਪੇਸ ਬਾਰ। We use our thumb of right hand to press the space bar। ਸਪੇਸ ਬਾਰ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। ਬਿਲਕੁਲ ਸਹੀ ਹੈ ਜੀ। ਅਸੀਂ ਸੱਜੇ ਹੱਥ ਦੇ ਅੰਗੂਠੇ ਨਾਲ ਸਪੇਸ ਬਾਰ ਦਬਾਉਂਦੇ ਹਾਂ। Shift key is used to move down to the new line। Shift key ਅਗਲੀ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਬਿਲਕੁਲ ਗਲਤ। ਅਸੀਂ ਅਗਲੀ ਲਾਈਨ ਤੇ ਜਾਣ ਲਈ ਕਿਹੜੀ ਕੀ ਵਰਤਦੇ ਹਾਂ? Enter key। Window Explorer has two panes। These are dash and dash। Window Explorer ਦੇ ਦੋ ਪੇਨ ਹੁੰਦੇ ਹਨ। ਇਹ ਹਨ ਡੈਸ਼ ਅਤੇ ਡੈਸ਼। ਵਿੰਡੋ ਐਕਸਪਲੋਰਰ ਦੇ ਦੋ ਪੇਨ ਕਿਹੜੇ-ਕਿਹੜੇ ਹੁੰਦੇ ਆ? ਖੱਬਾ ਅਤੇ ਸੱਜਾ। ਡੈਸ਼ ਵਿਊ ਟੈਲਸ ਅਬਾਊਟ ਸਾਈਜ਼, ਟਾਈਪ ਐਂਡ ਡੇਟ ਆਫ ਮੋਡੀਫਾਈਡ ਆਫ ਅ ਫਾਈਲ। ਡੈਸ਼ ਵਿਊ ਇੱਕ ਫਾਈਲ ਦਾ ਸਾਈਜ਼, ਕਿਸਮ ਅਤੇ ਸੋਧਣ ਦੀ ਮਿਤੀ ਦੱਸਦਾ ਹੈ। ਕਿਸ ਵਿਊ ਵਿੱਚ ਫਾਈਲ ਦੀ ਸਾਈਜ਼, ਕਿਸਮ ਅਤੇ ਸੋਧਣ ਦੀ ਮਿਤੀ ਦੱਸੀ ਜਾਂਦੀ ਹੈ? ਡਿਟੇਲ ਵਿਊ ਵਿੱਚ। ਡੈਸ਼ ਆਪਸ਼ਨ ਇਜ਼ ਯੂਜ਼ਡ ਟੂ ਸਰਚ ਫਾਈਲਸ ਐਂਡ ਫੋਲਡਰਸ। ਡੈਸ਼ ਆਪਸ਼ਨ ਦੀ ਵਰਤੋਂ ਫਾਈਲਾਂ ਅਤੇ ਫੋਲਡਰਾਂ ਨੂੰ ਲੱਭਣ ਲਈ ਕੀਤੀ ਜਾਂਦੀ ਹੈ, ਤਾਂ ਇਹ ਹੈ ਸਰਚ ਆਪਸ਼ਨ। ਕੈਲਕੂਲੇਟਰ ਕੈਨ ਬੀ ਓਪਨਡ ਬਾਈ ਟਾਈਪਿੰਗ ਡੈਸ਼ ਇਨ ਦ ਰਨ ਬਾਕਸ। ਕੈਲਕੂਲੇਟਰ ਨੂੰ ਰਨ ਬਾਕਸ ਵਿੱਚ ਡੈਸ਼ ਟਾਈਪ ਕਰਕੇ ਖੋਲ੍ਹਿਆ ਜਾ ਸਕਦਾ ਹੈ। ਕੀ ਟਾਈਪ ਕਰਨਾ ਪੈਂਦਾ ਹੈ? CALC। ਡੈਸ਼ ਕਮਾਂਡ ਇਜ਼ ਯੂਜ਼ਡ ਟੂ ਕੱਟ ਐਨ ਆਈਟਮ ਫਰੋਮ ਇਟਸ ਪਲੇਸ। ਡੈਸ਼ ਕਮਾਂਡ ਦੀ ਵਰਤੋਂ ਕਿਸੇ ਆਈਟਮ ਨੂੰ ਉਸ ਦੀ ਥਾਂ ਤੋਂ ਕੱਟਣ ਲਈ ਕੀਤੀ ਜਾਂਦੀ ਹੈ। ਕਿਹੜੀ ਕਮਾਂਡ ਵਰਤੀ ਜਾਂਦੀ ਹੈ ਕੱਟਣ ਲਈ? ਕੱਟ ਕਮਾਂਡ। ਵਿੰਡੋ ਐਕਸਪਲੋਰਰ ਇਜ਼ ਯੂਜ਼ਡ ਫਾਰ ਮੈਨੇਜਮੈਂਟ ਆਫ ਫਾਈਲਸ। ਵਿੰਡੋ ਐਕਸਪਲੋਰਰ ਦੀ ਵਰਤੋਂ ਫਾਈਲਾਂ ਦਾ ਉਚਿਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ। ਬਿਲਕੁਲ ਸਹੀ ਹੈ। A file may contain many files and folders। ਇੱਕ ਫਾਈਲ ਵਿੱਚ ਕਈ ਫਾਈਲਾਂ ਅਤੇ ਫੋਲਡਰ ਆ ਸਕਦੇ ਹਨ। ਇਹ ਬਿਲਕੁਲ ਗਲਤ ਹੈ ਜੀ। ਫਾਈਲ ਦੇ ਵਿੱਚ ਫੋਲਡਰ ਨਹੀਂ ਆ ਸਕਦਾ।
A method of opening Window Explorer is press Window key plus R and then type Explorer in Run box. Window Explorer ਨੂੰ ਖੋਲ੍ਹਣ ਦਾ ਤਰੀਕਾ ਹੈ Window key plus R ਦਬਾਓ, Run box ਵਿੱਚ Explorer ਟਾਈਪ ਕਰੋ। ਬਿਲਕੁਲ ਸਹੀ ਹੈ। ਡੈਸ਼ ਆਪਸ਼ਨ ਦੀ ਵਰਤੋਂ ਆਈਟਮ ਨੂੰ ਕਾਪੀ ਕਰਨ ਲਈ ਕੀਤੀ ਜਾਂਦੀ ਹੈ। ਕਿਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ? ਕਾਪੀ ਆਪਸ਼ਨ ਦੀ। Name how to create a new folder with the help of a keyboard. ਕੀਬੋਰਡ ਦੀ ਮਦਦ ਨਾਲ ਨਵਾਂ ਫੋਲਡਰ ਬਣਾਉਣ ਦਾ ਤਰੀਕਾ ਦੱਸੋ। ਕੀਬੋਰਡ ਦੀ ਮਦਦ ਨਾਲ ਅਸੀਂ ਜੇਕਰ ਨਵਾਂ ਫੋਲਡਰ ਬਣਾਉਣਾ ਹੋਵੇ ਤਾਂ ਕੰਟਰੋਲ ਸ਼ਿਫਟ ਤੇ ਐਨ ਕੀਜ਼ ਇਕੱਠੀਆਂ ਦਬਾਈਆਂ ਜਾਂਦੀਆਂ ਨੇ। ਪ੍ਰਾਇਮਰੀ ਮੈਮਰੀ ਇਜ਼ ਆਲਸੋ ਕਾਲਡ ਡੈਸ਼। ਪ੍ਰਾਇਮਰੀ ਮੈਮਰੀ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਪ੍ਰਾਇਮਰੀ ਮੈਮਰੀ ਨੂੰ ਅਸੀਂ ਇੰਟਰਨਲ ਮੈਮਰੀ ਵੀ ਕਹਿ ਦਿੰਦੇ ਹਾਂ। ਡੈਸ਼ ਮੈਮਰੀ ਇਜ਼ ਨਾਟ ਅ ਰੀਡ ਓਨਲੀ ਮੈਮਰੀ। ਡੈਸ਼ ਮੈਮਰੀ ਰੀਡ ਓਨਲੀ ਮੈਮਰੀ ਨਹੀਂ ਹੁੰਦੀ। ਰੋਮ ਵੀ ਰੀਡ ਓਨਲੀ ਮੈਮਰੀ ਹੈ, ਪੀ ਰੋਮ ਵੀ, ਈਪੀ ਰੋਮ ਵੀ। ਰੈਮ ਜਿਹੜੀ ਹੈ ਇਹ ਰੀਡ ਓਨਲੀ ਮੈਮਰੀ ਨਹੀਂ ਹੈ। ਡੈਸ਼ ਇਜ਼ ਨਾਟ ਅ ਪੋਰਟੇਬਲ ਸਟੋਰੇਜ ਡਿਵਾਈਸ। ਡੈਸ਼ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ। ਪੋਰਟੇਬਲ ਸਟੋਰੇਜ ਡਿਵਾਈਸ ਉਹ ਹੁੰਦੀ ਹੈ ਜਿਸ ਨੂੰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਕ ਕੇ ਲੈ ਕੇ ਜਾ ਸਕਦੇ ਹਾਂ, ਜਿਵੇਂ ਪੈਨ ਡਰਾਈਵ ਨੂੰ, ਮੈਮਰੀ ਕਾਰਡ ਨੂੰ ਤੇ ਐਕਸਟਰਨਲ ਹਾਰਡ ਡਿਸਕ ਨੂੰ। ਪਰ ਇੰਟਰਨਲ ਹਾਰਡ ਡਿਸਕ ਜਿਹੜੀ ਹੈ ਇਹਨੂੰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਲਿਜਾ ਸਕਦੇ, ਮਤਲਬ ਇਹ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ। The memory is divided into number of small parts called dash. ਮੈਮਰੀ ਦੇ ਛੋਟੇ-ਛੋਟੇ ਭਾਗਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਮੈਮਰੀ ਦੇ ਅਸੀਂ ਛੋਟੇ ਭਾਗਾਂ ਨੂੰ ਸੈੱਲ ਕਹਿ ਦਿੰਦੇ ਹਾਂ। USB means dash. USB ਦਾ ਮਤਲਬ ਹੈ Universal Serial Bus. Floppy disks are typically 3.5 inch in size and can hold 1.44 MB of data. ਆਮ ਤੌਰ ਤੇ ਫਲੋਪੀ ਡਿਸਕ 3.5 ਇੰਚ ਦੇ ਸਾਈਜ਼ ਦੀ ਹੁੰਦੀ ਹੈ ਅਤੇ ਇਸ ਵਿੱਚ 1.44 MB ਡਾਟਾ ਸਟੋਰ ਹੋ ਸਕਦਾ ਹੈ। ਬਿਲਕੁਲ ਸਹੀ। Compact disk is portable disk having data storage capacity between 650 to 700 MB. Compact disk ਯਾਨੀ ਕਿ CD ਇੱਕ ਪੋਰਟੇਬਲ ਡਿਸਕ ਹੁੰਦੀ ਹੈ ਜਿਸ ਵਿੱਚ 650 ਤੋਂ 700 MB ਤੱਕ ਦਾ ਡਾਟਾ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ। ਬਿਲਕੁਲ ਸਹੀ ਹੈ ਜੀ। ਫੁੱਲ ਫਾਰਮ ਆਫ ROM is dash. ROM ਦਾ ਪੂਰਾ ਨਾਮ ਕੀ ਹੈ? ROM ਦਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ। ਚੂਜ਼ ਅ ਪੈਨ ਡਰਾਈਵ ਫਰੋਮ ਥੀਸ. ਇਹਨਾਂ ਵਿੱਚੋਂ ਪੈਨ ਡਰਾਈਵ ਦੀ ਚੋਣ ਕਰੋ। ਬੱਚੇ ਤੁਸੀਂ ਜਾਣਦੇ ਹੋ ਕਿ ਇਹ ਵਾਲੀ ਈਡੀ ਸਥਾਨ ਤੇ ਪੈਨ ਡਰਾਈਵ ਹੈ। We should write with pen or pencil on the shining side of CD DVD. CD DVD ਦੇ ਚਮਕੀਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਲਿਖਣਾ ਚਾਹੀਦਾ ਹੈ। ਬੱਚਿਓ ਕੀ ਸਾਨੂੰ CD ਜਾਂ DVD ਦੇ ਚਮਕੀਲੇ ਪਾਸੇ ਲਿਖਣਾ ਚਾਹੀਦਾ ਹੈ? ਬਿਲਕੁਲ ਗਲਤ। To select a whole word, dash click on it. ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ਡੈਸ਼ ਵਾਰ ਕਲਿੱਕ ਕੀਤਾ ਜਾਂਦਾ ਹੈ। ਕਿੰਨੇ ਵਾਰ ਕਲਿੱਕ ਕੀਤਾ ਜਾਂਦਾ ਵਰਡ ਨੂੰ ਚੁਣਨ ਲਈ? 2 ਵਾਰ। ਡਬਲ ਕਲਿੱਕ। Dash group allows us to change text font size and other things. Dash group ਸਾਨੂੰ ਟੈਕਸਟ ਫੌਂਟ ਸਟਾਈਲ ਸਾਈਜ਼ ਰੰਗ ਅਤੇ ਹੋਰ ਕਈ ਚੀਜ਼ਾਂ ਬਦਲਣ ਦੀ ਇਜਾਜ਼ਤ ਦਿੰਦਾ ਹੈ। ਕਿਸ ਗਰੁੱਪ 'ਚ ਬਦਲਦੇ ਹਾਂ ਅਸੀਂ ਇਹ ਸਭ ਚੀਜ਼ਾਂ? ਫੌਂਟ ਗਰੁੱਪ ਵਿੱਚ। Dash means draw horizontal line underneath the letters. Dash ਦਾ ਮਤਲਬ ਹੈ ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਹੇਠਾਂ ਲਾਈਨ ਖਿੱਚਣਾ। ਤਾਂ ਅੰਡਰਲਾਈਨ ਦੀ ਮਦਦ ਨਾਲ ਅਸੀਂ ਅੱਖਰਾਂ ਦੇ ਨੀਚੇ ਲਾਈਨ ਖਿੱਚ ਸਕਦੇ ਹਾਂ। Dash option means that the text is shown like it was marked with a highlighter pen. Dash option ਦੀ ਵਰਤੋਂ ਕਰਕੇ ਟੈਕਸਟ ਇੱਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ। ਟੈਕਸਟ ਹਾਈਲਾਈਟ ਕਲਰ ਦੀ ਮਦਦ ਨਾਲ।
After inserting a shape, a new tab will appear which is called dash. Shape ਨੂੰ ਦਾਖਲ ਕਰਨ ਉਪਰੰਤ ਇੱਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ। ਤਾਂ ਸ਼ੇਪ ਨੂੰ ਦਾਖਲ ਕਰਨ ਤੇ ਜਿਹੜਾ ਨਵਾਂ ਟੈਬ ਦਿਖਾਈ ਦਿੰਦਾ ਹੈ ਉਸ ਨੂੰ ਡਰਾਇੰਗ ਟੂਲ ਫਾਰਮੈਟ ਕਿਹਾ ਜਾਂਦਾ ਹੈ। Which shortcut is used for undo command? Undo command ਲਈ ਕਿਹੜਾ ਸ਼ਾਰਟਕਟ ਵਰਤਿਆ ਜਾਂਦਾ ਹੈ? Undo command ਲਈ Ctrl Z ਸ਼ਾਰਟਕਟ ਵਰਤਿਆ ਜਾਂਦਾ ਹੈ। What command is used if an error occurs while editing text? Text ਨੂੰ ਐਡਿਟ ਕਰਦੇ ਸਮੇਂ ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਕਿਸ ਕਮਾਂਡ ਦੀ ਵਰਤੋਂ ਹੁੰਦੀ ਹੈ? ਜੇਕਰ ਸਾਡੇ ਤੋਂ ਟੈਕਸਟ ਨੂੰ ਐਡਿਟ ਕਰਦੇ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਸੀਂ undo ਕਮਾਂਡ ਨਾਲ ਉਸ ਸਟੈਪ ਨੂੰ undo ਕਰ ਸਕਦੇ ਹਾਂ। Bold text means slanted letters. Bold text ਦਾ ਮਤਲਬ ਹੈ ਅੱਖਰਾਂ ਨੂੰ ਤਿਰਛਾ ਕਰਕੇ ਲਿਖਣਾ। ਤਾਂ ਇਹ ਬਿਲਕੁਲ ਗਲਤ ਹੈ ਕਿਉਂਕਿ bold text ਦਾ ਮਤਲਬ ਹੁੰਦਾ ਹੈ ਅੱਖਰਾਂ ਨੂੰ ਗੂੜਾ ਕਰਨਾ। Control plus left square bracket and Control plus right square bracket keys are used for increase and decrease size of text. Keyboard Control plus left square bracket ਅਤੇ Control plus right square bracket keys ਨੂੰ ਇਕੱਠੀਆਂ ਦਬਾ ਕੇ ਵੀ ਟੈਕਸਟ ਦਾ ਸਾਈਜ਼ ਵੱਡਾ ਜਾਂ ਛੋਟਾ ਕਰ ਸਕਦੇ ਹਾਂ। ਬਿਲਕੁਲ ਸਹੀ ਹੈ। After selecting a picture, dash tab appears. ਤਸਵੀਰ ਨੂੰ ਸਿਲੈਕਟ ਕਰਨ ਉਪਰੰਤ dash tab ਦਿਖਾਈ ਦਿੰਦਾ ਹੈ। ਜਦੋਂ ਅਸੀਂ ਤਸਵੀਰ ਕੋਈ ਸਿਲੈਕਟ ਕਰ ਲਈਏ ਤਾਂ ਸਾਨੂੰ ਫਾਰਮੈਟ ਟੈਬ ਨਵਾਂ ਦਿਖਾਈ ਦਿੰਦਾ ਹੈ। To do wrap text, we can use dash option. ਅਸੀਂ ਰੈਪ ਟੈਕਸਟ ਕਰਦੇ ਹੋਏ ਡੈਸ਼ ਆਪਸ਼ਨ ਵਰਤ ਸਕਦੇ ਹਾਂ। ਕਿਹੜੀਆਂ ਆਪਸ਼ਨਾਂ ਵਰਤ ਸਕਦੇ ਹਾਂ? ਸਕੁਏਅਰ, ਟਾਈਟ, ਬਿਹਾਈਂਡ ਟੈਕਸਟ, ਯਾਨੀ ਕਿ ਤਿੰਨੋਂ ਆਪਸ਼ਨਾਂ ਵਰਤ ਸਕਦੇ ਹਾਂ। ਇਸ ਦਾ ਆਨਸਰ ਆਏਗਾ ਉਪਰੋਕਤ ਸਾਰੇ। To remove any unwanted parts of picture, dash option is used. ਤਸਵੀਰ ਦੇ ਬੇਲੋੜੇ ਹਿੱਸੇ ਨੂੰ ਹਟਾਉਣ ਲਈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰ ਦੇ ਬੇਲੋੜੇ ਹਿੱਸੇ ਨੂੰ ਅਗਰ ਹਟਾਉਣਾ ਹੋਵੇ ਤਾਂ ਅਸੀਂ ਕ੍ਰੌਪ ਆਪਸ਼ਨ ਦੀ ਵਰਤੋਂ ਕਰਦੇ ਹਾਂ। We can apply different colors, texture or picture to our document with the help of dash option. ਅਸੀਂ ਡਾਕੂਮੈਂਟ ਵਿੱਚ ਵੱਖਰੇ ਰੰਗ, ਟੈਕਸਚਰ ਜਾਂ ਤਸਵੀਰਾਂ ਨੂੰ ਡੈਸ਼ ਆਪਸ਼ਨ ਦੀ ਮਦਦ ਨਾਲ ਲਗਾ ਸਕਦੇ ਹਾਂ। ਪੇਜ ਕਲਰ ਆਪਸ਼ਨ ਦੀ ਮਦਦ ਨਾਲ। We can find the number of words in the dash bar at the bottom of the window. ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ ਡੈਸ਼ ਵਿੱਚ ਲੱਭ ਸਕਦੇ ਹਾਂ। ਤਾਂ ਅਸੀਂ ਅੱਖਰਾਂ ਦੀ ਗਿਣਤੀ ਦੇਖਣੀ ਹੋਵੇ ਵੀ ਇਸ ਡਾਕੂਮੈਂਟ ਵਿੱਚ ਕਿੰਨੇ ਅੱਖਰ ਲਿਖੇ ਹੋਏ ਨੇ ਤਾਂ ਸਟੇਟਸ ਬਾਰ ਵਿੱਚ ਦਿਖਾਈ ਦੇਗਾ। Columns option splits the text into two or more columns. ਕਾਲਮ ਆਪਸ਼ਨ ਟੈਕਸਟ ਨੂੰ ਦੋ ਜਾਂ ਦੋ ਤੋਂ ਵੱਧ ਭਾਗਾਂ ਵਿੱਚ ਵੰਡਦਾ ਹੈ। ਸਹੀ। ਲੈਂਡਸਕੇਪ ਫਾਰਮੈਟ ਮੀਨਸ the page is oriented horizontally. ਲੈਂਡਸਕੇਪ ਦਾ ਮਤਲਬ ਹੈ ਕਿ ਪੇਜ ਨੂੰ horizontally ਯਾਨੀ ਕਿ ਲੇਟਵਾਂ ਸੈੱਟ ਕੀਤਾ ਹੋਇਆ ਹੈ। ਇਹ ਬਿਲਕੁਲ ਸਹੀ ਹੈ ਜੀ। What are 3 categories in color option? Color option ਦੀਆਂ 3 ਸ਼੍ਰੇਣੀਆਂ ਕਿਹੜੀਆਂ ਹਨ? ਰੀਕਲਰ, ਕਲਰ ਸੈਚੂਰੇਸ਼ਨ ਅਤੇ ਕਲਰ ਟੋਨ। ਇਹ ਤਿੰਨੋਂ ਹੀ ਕਲਰ ਆਪਸ਼ਨ ਦੀਆਂ ਸ਼੍ਰੇਣੀਆਂ ਨੇ, ਇਸ ਲਈ ਇਸ ਦਾ ਆਨਸਰ ਆਏਗਾ ਉਪਰੋਕਤ ਸਾਰੇ। Which option is used to remove the unnecessary part of the image? ਤਸਵੀਰ ਦੇ ਬੇਲੋੜੇ ਭਾਗ ਨੂੰ ਹਟਾਉਣ ਲਈ ਕਿਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ? ਤਸਵੀਰ ਦੇ ਬੇਲੋੜੇ ਭਾਗ ਨੂੰ ਹਟਾਉਣ ਲਈ ਅਸੀਂ ਪਹਿਲਾਂ ਹੀ ਪੜ੍ਹਾਏ ਹਾਂ ਵੀ ਕ੍ਰੌਪ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। What kind of orientation is there? Orientation ਕਿੰਨੇ ਕਿਸਮ ਦੀ ਹੁੰਦੀ ਹੈ? Orientation ਜਿਹੜੀ ਹੈ 2 ਕਿਸਮ ਦੀ ਹੁੰਦੀ ਹੈ, ਪੋਰਟਰੇਟ ਤੇ ਲੈਂਡਸਕੇਪ।
ਧੰਨਵਾਦ।